ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਲੈਟਸ ਲਰਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਡਿਸਕਸ ਕਰਾਂਗੇ ਚੈਪਟਰ ਨੰਬਰ 12 ਰੀਪਰੋਡਕਸ਼ਨ ਇਨ ਪਲਾਂਟਸ। ਸੋ ਸਟਾਰਟ ਕਰਨ ਤੋਂ ਪਹਿਲਾਂ ਮੈਂ ਸਾਰੇ ਸਟੂਡੈਂਟਸ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਸਟੂਡੈਂਟਸ ਨੇ ਹਜੇ ਤੱਕ ਆਪਣੀ ਫੀਸ ਡਿਪੋਜ਼ਿਟ ਨਹੀਂ ਕਰਾਈ ਉਹ 15 ਨਵੰਬਰ ਤੋਂ ਪਹਿਲਾਂ ਆਪਣੀ ਫੀਸ ਡਿਪੋਜ਼ਿਟ ਕਰਵਾ ਦੇਣ। ਠੀਕ ਹੈ, ਓਕੇ ਸਟੂਡੈਂਟਸ। ਸੋ ਡਿਸਕਸ ਕਰਦੇ ਹਾਂ ਰੀਪਰੋਡਕਸ਼ਨ ਇਨ ਪਲਾਂਟਸ ਦੇ ਵਿੱਚ ਕੀ ਹੁੰਦਾ ਆ। ਦੇਖੋ, ਆਪਣੀ ਪੂਰੀ ਲਾਈਫ ਦੇ ਵਿੱਚ ਲਾਈਫ ਪ੍ਰੋਸੈਸ ਜਿਹੜਾ ਚੱਲਦਾ ਹੈ ਉਹਦੇ ਵਿੱਚ ਡਾਈਜੈਸ਼ਨ ਹੋਣੀ, ਰੈਸਪੀਰੇਸ਼ਨ ਹੋਣੀ, ਸਾਹ ਜਿਹੜਾ ਆ ਹਵਾ ਅਸੀਂ ਸਾਹ ਲੈਂਦੇ ਹਾਂ, ਕਾਰਬਨ ਡਾਈਆਕਸਾਈਡ ਛੱਡਦੇ ਹਾਂ, ਆਕਸੀਜਨ ਲੈਂਦੇ ਹਾਂ। ਠੀਕ ਹੈ, ਸੋ ਜ਼ਿੰਦਗੀ ਦੇ ਨਿਰਵਾਹ ਦੇ ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ, ਤਾਂ ਹੀ ਸਾਡਾ ਜੀਵਨ ਜਿਹੜਾ ਹੈ ਉਹ ਚੱਲਦਾ ਆ। ਠੀਕ ਹੈ, ਸੋ ਲਾਈਫ ਸਪੇਨ ਜਿਹੜਾ ਹੈ ਇਹਦੇ ਥਰੂ ਹੀ ਹੁੰਦਾ ਹੈ। ਸਾਡਾ ਜਿਹੜਾ ਜ਼ਿੰਦਗੀ ਦਾ ਜਿਹੜਾ ਲਾਈਫ ਦਾ ਚੱਕਰ ਆ ਇਹਦੇ ਥਰੂ ਹੀ ਚੱਲਦਾ ਹੈ। ਠੀਕ ਹੈ, ਜਿਸ ਤਰ੍ਹਾਂ ਇੱਕ ਪਰਸਨ ਬੋਰਨ ਹੁੰਦਾ ਆ, ਨਿਊ ਪਰਸਨ, ਉਹਦੀ ਪਹਿਲਾਂ ਏਜ ਹੁੰਦੀ ਹੈ, ਐਂਟਰ ਕਰਦਾ ਉਹ ਚਾਈਲਡਹੁੱਡ ਦੇ ਵਿੱਚ, ਫਿਰ ਅਡਲਟਹੁੱਡ ਦੇ ਵਿੱਚ, ਫਾਈਨਲੀ ਗਰੋਜ਼ ਓਲਡ ਐਂਡ ਡਾਈਜ਼ ਹੋ ਜਾਂਦਾ। ਠੀਕ ਹੈ, ਸੋ ਇਹ ਜਿਹੜੀ ਪ੍ਰੋਸੈਸ ਹੈ, ਲਾਈਫ ਸਾਈਕਲ ਜਿਹੜਾ ਹੈ ਚੱਲਦਾ ਰਹਿੰਦਾ ਹੈ। ਸੋ ਇਹਦੇ ਬਾਰੇ ਵਿੱਚ ਮੈਂ ਤੁਹਾਨੂੰ ਚੈਪਟਰ ਦੇ ਵਿੱਚ ਪੂਰਾ ਸਾਰਾ ਨਹੀਂ ਡਿਟੇਲ ਦੇ ਵਿੱਚ ਦੱਸਾਂਗੀ, ਸਿਰਫ ਥੋੜ੍ਹਾ ਹੀ ਜਿਹੜਾ ਹੈ। ਦੇਖੋ, ਇਹਦੇ ਵਿੱਚ ਅੱਗੇ ਹੈਗੀਆਂ ਟਾਈਪਸ ਆਫ ਰੀਪਰੋਡਕਸ਼ਨਸ ਕਿਹੜੀਆਂ ਹੁੰਦੀਆਂ। ਸੈਕਚੁਅਲ ਰੀਪਰੋਡਕਸ਼ਨ ਹੁੰਦੀ ਹੈ, ਵੈਜੀਟੇਟਿਵਸ ਦੀ ਰੀਪਰੋਡਕਸ਼ਨ ਹੁੰਦੀ ਹੈ, ਸੈਕਚੁਅਲ ਰੀਪਰੋਡਕਸ਼ਨ ਹੁੰਦੀ ਹੈ। ਠੀਕ ਹੈ, ਇਹ ਸੀਗੀਆਂ ਇਹਦੀਆਂ ਟਾਈਪਸ। ਤੁਸੀਂ ਇਹਨਾਂ ਨੂੰ ਵੈਸੇ ਥੋੜ੍ਹਾ ਰੀਡ ਕਰ ਲੈਣਾ, ਕਿਉਂਕਿ ਬਾਕੀ ਕੁਐਸਚਨ ਆਨਸਰਾਂ ਨੂੰ ਮੈਂ ਸਮਝਾ ਦਿਆਂਗੀ। ਠੀਕ ਹੈ, ਉਸ ਤੋਂ ਬਾਅਦ ਸੈਕਚੁਅਲ ਰੀਪਰੋਡਕਸ਼ਨ ਹੁੰਦੀ ਹੈ ਪਲਾਂਟਸ ਦੇ ਵਿੱਚ ਕਿਸ ਤਰ੍ਹਾਂ ਹੁੰਦੀ ਹੈ। ਠੀਕ ਹੈ, ਇਹ ਪਲਾਂਟਸ ਹੈ। ਠੀਕ ਹੈ, ਇਹ ਵੀ ਤੁਹਾਨੂੰ ਇਹਦਾ ਵੀ ਡਾਇਗਰਾਮ ਦੱਸਾਂਗੇ ਆਪਾਂ। ਸੋ ਅਸੀਂ ਅੱਜ ਜਿਹੜਾ ਮੇਨ ਹੈ ਉਹਦੇ ਬਾਰੇ ਦੇਖਾਂਗੇ ਕਿ ਕਿਸ ਤਰ੍ਹਾਂ, ਜਿੱਦਾਂ ਜਰਮੀਨੇਸ਼ਨ ਆਫ ਸੀਡ ਕਿੱਦਾਂ ਜਿਹੜਾ ਬਣਦਾ ਹੈ, ਬੀਜ ਕਿਸ ਤਰ੍ਹਾਂ ਬਣਦਾ ਹੈ। ਦੇਖੋ, ਆਫਟਰ ਦ ਸੀਡ ਹੈਜ਼ ਮੇਡ ਇਟ ਟੂ ਨਿਊ ਲੋਕੇਸ਼ਨ ਐਂਡ ਇਟਸ ਕਵਰ ਵਿਦ ਡਰਟ ਇਟ ਕੈਨ ਬੀਗਨ ਜਰਮੀਨੇਸ਼ਨ ਇਜ਼ ਅ ਪ੍ਰੋਸੈਸ ਆਫ ਸੀਡ ਡਿਵੈਲਪਿੰਗ ਇਨਟੂ ਨਿਊ ਪਲਾਂਟਸ। ਮਤਲਬ ਇੱਕ ਜਰਮੀਨੇਸ਼ਨ ਜਿਹੜਾ ਇੱਕ ਸੀਡ ਹੈ, ਇੱਕ ਬੀਜ ਹੈ, ਉਹ ਨਿਊ ਪਲਾਂਟਸ ਨੂੰ ਜਨਮ ਦਿੰਦਾ ਹੈ। ਠੀਕ ਹੈ, ਫਸਟ environmental condition must trigger the seed to grow. Usually this is that is determined by how deep and seed is planted, so water availability and temperature. ਮਤਲਬ ਕੋਈ ਵੀ ਪਲਾਂਟਸ ਨੂੰ ਉਗਾਉਣ ਦੇ ਲਈ, ਉਹਦੀ ਗਰੋਥ ਦੇ ਲਈ, ਉਹਦੀ ਡਿਵੈਲਪਮੈਂਟ ਦੇ ਲਈ ਉਹਦੀ ਡੂੰਘਾਈ ਵੀ ਦੇਖੀ ਜਾਂਦੀ ਹੈ ਕਿ ਉਹ ਕਿੰਨੇ ਡੀਪ ਲਗਾਇਆ ਗਿਆ ਆ। ਉਸ ਤੋਂ ਬਾਅਦ ਉਹਦੀ ਵਾਟਰ ਅਵੇਲੇਬਿਲਿਟੀ ਔਰ ਟੈਂਪਰੇਚਰ ਵਗੈਰਾ ਸਾਰਾ ਕੁਝ ਦੇਖਿਆ ਜਾਂਦਾ, ਤਾਂ ਕਰਕੇ ਹੀ ਉਹ ਜਿਹੜਾ ਆ ਬਣਦਾ ਹੈ। ਠੀਕ ਹੈ, ਸੋ ਆਪਾਂ ਕੁਐਸਚਨਸ 'ਤੇ ਆਉਂਦੇ ਹਾਂ। ਠੀਕ ਹੈ, ਫਸਟ ਦੇਖੋ, ਮਲਟੀਪਲ ਚੋਇਸ ਕੁਐਸਚਨ ਆ। ਫਲੈਟ ਵਰਮ ਜਿਹੜੇ ਸਮਤਲ ਕੀੜੇ ਹੁੰਦੇ ਆ, ਠੀਕ ਹੈ, ਰੀਪਰੋਡਿਊਸ ਥਰੂ ਕਿਹਦੇ ਥਰੂ ਉਹ ਰੀਪਰੋਡਿਊਸ ਹੁੰਦੇ ਆ? ਫਿਜ਼ਨ ਦੇ ਥਰੂ ਹੁੰਦੇ ਆ। ਠੀਕ ਹੈ, ਇਹਦਾ ਆਂਸਰ ਤੁਸੀਂ ਫਿਜ਼ਨ ਲਿਖ ਲੈਣਾ। ਫਿਜ਼ਨ ਦਾ ਮਤਲਬ ਕੀ ਹੁੰਦਾ ਹੈ? ਵਿਖੰਡਨ ਹੋਣਾ। ਠੀਕ ਹੈ, ਵਿਖੰਡਨ ਮੀਨਸ ਅਲੱਗ-ਅਲੱਗ। ਉਸ ਤੋਂ ਬਾਅਦ ਸੈਕਿੰਡ, ਰੀਪਰੋਡਕਸ਼ਨ ਥਰੂ ਵੈਜੀਟੇਟਿਵ ਪ੍ਰੋਪੋਗੇਸ਼ਨ ਕੈਨ ਅਕਰ ਥਰੂ। ਜਿਹੜੀ ਰੀਪਰੋਡਕਸ਼ਨ ਹੁੰਦੀ ਹੈ ਵੈਜੀਟੇਟਿਵਸ ਪ੍ਰੋਪੋਗੇਸ਼ਨ ਦੇ ਵਿੱਚ, ਉਹ ਕਿਹਦੇ ਥਰੂ ਹੁੰਦੀ ਹੈ? ਦੇਖੋ, ਉਹਦੇ ਲਈ ਸਟੈਮ ਚਾਹੀਦਾ ਹੁੰਦਾ ਹੈ। ਸਟੈਮ ਪਤਾ ਤੁਹਾਨੂੰ ਕੀ ਹੁੰਦਾ? ਤਣਾ। ਠੀਕ ਹੈ, ਉਸ ਤੋਂ ਬਾਅਦ ਰੂਟਸ ਜੜ੍ਹਾਂ ਦੇ ਥਰੂ ਵੀ ਹੁੰਦੀ ਹੈ। ਠੀਕ ਹੈ, ਲੀਵਸ ਦੇ ਥਰੂ ਵੀ ਹੁੰਦੀ, ਪੱਤਿਆਂ ਦੇ ਥਰੂ ਵੀ ਹੁੰਦੀ ਹੈ। ਸੋ ਇਹਦਾ ਆਂਸਰ ਕੀ ਆਏਗਾ? ਆਲ ਆਫ ਦੀਜ਼। ਨੈਕਸਟ, ਉਸ ਤੋਂ ਬਾਅਦ ਥਰਡ ਹੈਗਾ ਫੀਮੇਲ ਰੀਪਰੋਡਕਟਿਵ ਪਾਰਟ ਆਫ ਫਲਾਵਰ ਇਜ਼। ਜਿਹੜਾ ਫੀਮੇਲ ਰੀਪਰੋਡਕਟਿਵ ਪਾਰਟ ਹੁੰਦਾ ਫਲਾਵਰ ਦੇ ਵਿੱਚ, ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਸਟੈਮਨ ਕਿਹਾ ਜਾਂਦਾ ਹੈ। ਠੀਕ ਹੈ, ਸੋ ਇਹਦਾ ਆਂਸਰ ਡੀ ਲਾ ਲੈਣਾ ਤੁਸੀਂ। ਆਫਟਰ ਦਾ ਫਾਰਮੇਸ਼ਨ ਆਫ ਜ਼ਾਈਗੋਟ ਓਵੇਰੀ ਟਰਨਸ ਇਨਟੂ, ਮਤਲਬ ਕਿ ਜਦੋਂ ਜ਼ਾਈਗੋਟ ਬਣਦਾ ਹੈ, ਓਵੇਰੀ ਬਣ ਜਾਂਦਾ ਹੈ। ਠੀਕ ਹੈ, ਫਾਰਮੇਸ਼ਨ ਹੋ ਜਾਂਦੀ ਇਹਨਾਂ ਦੀ। ਫਿਰ ਉਸ ਤੋਂ ਬਾਅਦ ਬੀਜ ਬਣਦਾ ਹੈ, ਸੀਡ। ਠੀਕ ਹੈ, ਇਹਦਾ ਆਂਸਰ ਕੀ ਆਏਗਾ? ਸੀਡ। ਡਿਸਪਰਸਲ ਆਫ ਸੀਡ ਕੈਨ ਬੀ ਡਨ ਬਾਈ। ਡਿਸਪਰਸਲ ਆਫ ਸੀਡ ਜਿਹੜੀ ਆ ਉਹ ਕਿਹਦੇ ਥਰੂ ਡਨ ਹੁੰਦੀ ਹੈ? ਦੇਖੋ, ਜਿਹੜਾ ਬੀਜ ਆ ਉਹ ਪੂਰਾ ਕਿਸ ਤਰ੍ਹਾਂ ਤਿਆਰ ਹੋ ਜਾਂਦਾ? ਇੱਕ ਤਰ੍ਹਾਂ ਨਾਲ ਉਹ ਵਿੰਡ, ਉਹਦੇ ਲਈ ਵੀ ਹਵਾ ਚਾਹੀਦੀ ਹੈ, ਵਾਟਰ ਚਾਹੀਦੀ ਹੈ। ਠੀਕ ਹੈ, ਸੋ ਐਨੀਮਲਸ, ਆਲ ਆਫ ਦੀਜ਼। ਠੀਕ ਹੈ, ਸੋ ਇਹਦਾ ਆਂਸਰ ਆਲ ਆਫ ਦੀਜ਼ ਆਏਗਾ। ਡਿਸਪਰਸਲ ਆਫ ਸੀਡਸ ਜਿਹੜੀ ਆ ਉਹ ਇਹਨਾਂ ਤਿੰਨਾਂ ਦੇ ਥਰੂ ਹੀ ਡਨ ਹੁੰਦੀ ਹੈ। ਨੈਕਸਟ, ਬਲੈਂਕਸ 'ਤੇ ਆ ਜਾਓ। ਫਸਟ ਬਲੈਂਕਸ ਦੇ ਵਿੱਚ ਦੇਖੋ, ਫਿਲ ਇਨ ਬਲੈਂਕਸ। ਦ ਪ੍ਰੋਸੈਸ ਆਫ ਡੈਸ਼ ਇਨਸ਼ਿਓਰਸ ਕੰਟੀਨਿਊਟੀ ਆਫ ਲਾਈਫ ਔਨ ਅਰਥ। ਜਿਹਦੇ ਨਾਲ ਮਤਲਬ ਕਿ ਜਿਹੜੀ ਇਹ ਕੰਟੀਨਿਊਟੀ ਲਾਈਫ ਜਿਹੜੀ ਆ, ਕੰਟੀਨਿਊਸਲੀ ਲਾਈਫ ਜਿਹੜੀ ਧਰਤੀ 'ਤੇ ਚੱਲਦੀ ਰਹਿੰਦੀ ਹੈ, ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਰੀਪਰੋਡਕਸ਼ਨ। ਠੀਕ ਹੈ, ਕਿਉਂਕਿ ਰੀਪਰੋਡਕਸ਼ਨ ਦੇ ਥਰੂ ਹੀ ਲਾਈਫ ਜਿਹੜੀ ਆ ਅੱਗੇ ਜਨਰੇਸ਼ਨ ਟੂ ਜਨਰੇਸ਼ਨ ਚੱਲਦੀ ਰਹਿੰਦੀ ਹੈ। ਠੀਕ ਹੈ, ਵਨ ਜਨਰੇਸ਼ਨ ਖਤਮ ਹੁੰਦੀ ਹੈ, ਸੈਕਿੰਡ ਜਨਰੇਸ਼ਨ ਸ਼ੁਰੂ ਹੋ ਜਾਂਦੀ ਹੈ। ਇਹ ਕਿਹਦੇ ਥਰੂ ਹੀ ਪੋਸੀਬਲ ਆ? ਇਹ ਰੀਪਰੋਡਕਸ਼ਨ ਦੇ ਥਰੂ ਪੋਸੀਬਲ ਹੈ। ਸੋ ਇਹਦਾ ਆਂਸਰ ਕੀ ਆਏਗਾ? ਰੀਪਰੋਡਕਸ਼ਨ। ਇਹ ਤੁਸੀਂ ਸਪੈਲਿੰਗ ਦੇਖ ਲੈਣੇ, ਰੀਪਰੋਡਕਸ਼ਨ। ਠੀਕ ਹੈ, ਰੀਪਰੋਡਕਸ਼ਨ ਦੇ ਸਪੈਲਿੰਗ। ਉਸ ਤੋਂ ਬਾਅਦ ਸੈਕਿੰਡ ਹੈ, ਮੇਲ ਐਂਡ ਫੀਮੇਲ ਗੈਮੇਟਿਜ਼ ਇਨ ਦ ਫਲਾਵਰ ਆਰ ਕਾਲਡ ਡੈਸ਼ ਐਂਡ ਡੈਸ਼ ਰਿਸਪੈਕਟਿਵਲੀ। ਜਿਹੜਾ ਮੇਲ ਗੈਮੇਟਿਜ਼ ਅਤੇ ਫੀਮੇਲ ਗੈਮੇਟਿਜ਼ ਹੁੰਦਾ ਫਲਾਵਰਸ ਦੇ ਵਿੱਚ, ਉਹਨਾਂ ਨੂੰ ਕੀ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਹੈ ਸਟੈਮਨ ਐਂਡ ਪਿਸਟਲ। ਠੀਕ ਹੈ, ਸਟੈਮਨ ਐਂਡ ਪਿਸਟਲ ਕਿਹਾ ਜਾਂਦਾ ਹੈ। ਨੈਕਸਟ, ਉਸ ਤੋਂ ਬਾਅਦ ਟਰਾਂਸਫਰ ਆਫ ਪੋਲਨ ਗ੍ਰੇਨਸ
ਟੂ ਦਾ ਸਟਿਗਮਾ ਆਫ ਪਿਸਟਲ ਇਜ਼ ਕਾਲਡ। ਜਿਹੜਾ ਮਤਲਬ ਕਿ ਪੋਲਰ ਗ੍ਰੇਨ ਹੁੰਦਾ ਆ ਉਹ ਟਰਾਂਸਫਰ ਹੁੰਦਾ ਆ ਸਟਿਗਮਾ ਦੇ ਕੋਲ, ਠੀਕ ਹੈ, ਸਟਿਗਮਾ ਆਫ ਦਾ ਪਿਸਟਲ ਦੇ ਵਿੱਚ। ਉਹਨੂੰ ਕੀ ਕਿਹਾ ਜਾਂਦਾ ਹੈ? ਉਹਨੂੰ ਪੋਲੀਨੇਸ਼ਨ ਕਿਹਾ ਜਾਂਦਾ ਹੈ, ਠੀਕ ਹੈ। ਸੋ ਪੋਲੀਨੇਸ਼ਨ ਦੀ ਡੈਫੀਨੇਸ਼ਨ ਕੀ ਹੋ ਜਾਂਦੀ ਹੈ ਇੱਥੇ? ਟਰਾਂਸਫਰ ਆਫ ਪੋਲਨ ਗ੍ਰੇਨਸ, ਜਿਹੜਾ ਪੋਲਨ ਗ੍ਰੇਨ ਟਰਾਂਸਫਰ ਕੀਤਾ ਜਾਂਦਾ ਹੈ ਸਟਿਗਮਾ ਨੂੰ ਆਫ ਦਾ ਪਿਸਟਲ, ਠੀਕ ਹੈ, ਪਿਸਟਲ 'ਤੇ, ਉਹ ਥਰੂ ਹੁੰਦਾ ਹੈ ਪੋਲੀਨੇਸ਼ਨ ਦੀ। ਉਸ ਤੋਂ ਬਾਅਦ ਨੈਕਸਟ ਹੈ ਇਨ ਡੈਸ਼ ਰੀਪਰੋਡਕਸ਼ਨ ਵਨ ਇੰਡੀਵਿਜੂਅਲ ਕੈਨ ਮੇਕ ਮੈਨੀ ਨਿਊ ਇੰਡੀਵਿਜੂਅਲ ਫਰੋਮ ਇਟਸ ਬੋਡੀ ਪਾਰਟ। ਮਤਲਬ ਕਿ ਕਿਸ ਰੀਪਰੋਡਕਸ਼ਨ ਦੇ ਵਿੱਚ ਇੱਕ ਇੰਡੀਵਿਜੂਅਲ ਤੋਂ ਬਹੁਤ ਜ਼ਿਆਦਾ ਇੰਡੀਵਿਜੂਅਲਸ ਜਿਹੜੇ ਆ ਉਹ ਬਣ ਜਾਂਦੇ ਆ, ਠੀਕ ਹੈ, ਉਹਨਾਂ ਦੇ ਹੀ ਬੋਡੀ ਪਾਰਟਸ ਤੋਂ। ਸੋ ਇਹਦਾ ਆਨਸਰ ਜਿਹੜਾ ਆ ਉਹ ਫਰੈਗਮੈਂਟੇਸ਼ਨ ਆਏਗਾ। ਫਰੈਗਮੈਂਟੇਸ਼ਨ ਤੁਸੀਂ ਇੱਥੇ ਕਰ ਲੈਣਾ, ਫਰੈਗਮੈਂਟੇਸ਼ਨ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਹੈ ਮੋਸਿਸਿਸ ਐਂਡ ਫਰਨਸ ਰੀਪਰੋਡਿਊਸ ਬਾਈ ਡੈਸ਼ ਫਾਰਮੇਸ਼ਨ। ਇਹਦਾ ਆਨਸਰ ਕੀ ਆਏਗਾ? ਜਿਹੜੇ ਮਤਲਬ ਕਿ ਇਹ ਹੁੰਦੇ ਆ ਮੋਸਿਸਿਸ ਐਂਡ ਫਰਨਸ, ਇੱਕ ਇਹਦੇ ਥਰੂ ਰੀਪਰੋਡਿਊਸ ਹੁੰਦੇ ਆ, ਇਹ ਹੁੰਦੇ ਆ ਸਪੋਰ ਦੇ ਥਰੂ, ਠੀਕ ਹੈ। ਸਪੋਰ ਜਿਹੜਾ ਆ ਇੱਕ ਤਰ੍ਹਾਂ ਦਾ, ਦੇਖੋ ਸਪੋਰ ਹੁੰਦਾ ਕੀ ਹੈ, ਪਹਿਲਾਂ ਤੁਸੀਂ ਸਪੋਰ ਦੇ ਬਾਰੇ ਦੇਖੋ। ਸਪੋਰਸ ਆਰ ਦਾ ਰੀਪਰੋਡਕਟਿਵ ਸਟਰਕਚਰ ਹੈ, ਮਤਲਬ ਇਹ ਕੀ ਇੱਕ ਤਰ੍ਹਾਂ ਦਾ ਰੀਪਰੋਡਕਟਿਵ ਸਟਰਕਚਰ ਆ ਆਫ ਲੋਅਰ ਪਲਾਂਟਸ। ਜਿਹੜੇ ਛੋਟੇ ਪਲਾਂਟਸ ਹੁੰਦੇ ਆ ਉਹਨਾਂ ਦੇ ਵਿਚਕਾਰ ਇਹ ਰੀਪਰੋਡਕਟਿਵ ਸਟਰਕਚਰ ਆ, ਜਿਹੜਾ ਕਿ ਜਿਹਦੇ ਵਿੱਚ ਰੀਪਰੋਡਕਸ਼ਨ ਜਿਹੜੀ ਆ ਉਹ ਹੁੰਦੀ ਰਹਿੰਦੀ ਹੈ, ਠੀਕ ਹੈ। ਸੋ ਨੈਕਸਟ ਬਲੈਂਕਸ, ਟਰੂ ਫਾਲਸ 'ਤੇ ਆ ਜਾਓ। ਟਰੂ ਫਾਲਸ 'ਤੇ ਫਸਟ ਟਰੂ ਫਾਲਸ ਦੇਖੋ। ਇੰਪਰੋਪਰ ਫੰਕਸ਼ਨਿੰਗ ਆਫ ਰੀਪਰੋਡਕਸ਼ਨ ਆਰਗੇਨਿਜ਼ਮ ਕੈਨ ਕਾਜ਼ ਡੈਥ। ਜਿਹੜੀ ਇੰਪਰੋਪਰ ਫੰਕਸ਼ਨਿੰਗ ਹੁੰਦੀ ਆ ਰੀਪਰੋਡਕਸ਼ਨ ਦੀ ਆਰਗੇਨਿਜ਼ਮ ਦੇ ਵਿੱਚ, ਉਹ ਡੈਥ ਦਾ ਕਾਰਨ ਬਣਦੀ ਹੈ, ਠੀਕ ਹੈ। ਕਈ ਆਰਗੇਨਿਜ਼ਮ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਵਿੱਚ ਜੇਕਰ ਰੀਪਰੋਡਕਸ਼ਨ ਨਾ ਹੋਵੇ ਦੈਨ ਉਹ ਡੈਥ ਦਾ ਕਾਰਨ ਬਣਦੀ ਹੈ, ਠੀਕ ਹੈ। ਸੋ ਇਹਦਾ ਆਨਸਰ ਠੀਕ ਆਏਗਾ। ਨੈਕਸਟ ਫਲਾਵਰ ਵਿਦ ਬੋਥ ਮੇਲ ਐਂਡ ਫੀਮੇਲ ਗੈਮੇਟਿਜ਼ ਇਜ਼ ਕਾਲਡ ਅ ਪਰਫੈਕਟ ਫਲਾਵਰ। ਜਿਹੜੇ ਫਲਾਵਰਸ ਦੇ ਵਿੱਚ ਮੇਲ ਔਰ ਫੀਮੇਲ ਗੈਮੇਟਿਜ਼ ਹੁੰਦੇ ਆ ਉਹਨਾਂ ਨੂੰ ਪਰਫੈਕਟ, ਉਹਦੇ ਨਾਲ ਹੀ ਇੱਕ ਪਰਫੈਕਟ ਫਲਾਵਰ ਬਣਦਾ, ਨਹੀਂ ਉਹਦੇ ਨਾਲ ਕੰਪਲੀਟ ਫਲਾਵਰ ਬਣਦਾ ਹੈ, ਠੀਕ ਹੈ। ਇੱਕ ਫਲਾਵਰ ਜਿਹੜਾ ਆ ਉਹ ਬੋਥ ਮੇਲ ਐਂਡ ਫੀਮੇਲ ਦੇ ਨਾਲ ਇੱਕ ਕੰਪਲੀਟ ਫਲਾਵਰ ਬਣਦਾ। ਸੋ ਇਹਦਾ ਆਨਸਰ ਫਾਲਸ ਆਏਗਾ। ਉਸ ਤੋਂ ਬਾਅਦ ਜਿੰਜਰ ਜਿਹੜਾ ਆ ਰੀਪਰੋਡਿਊਸ ਹੁੰਦਾ ਹੈ ਥਰੂ ਨੋਡਸ ਦੇ ਥਰੂ। ਜਿੰਜਰ ਜਿਹੜਾ ਰੀਪਰੋਡਿਊਸ ਨਹੀਂ ਹੁੰਦਾ, ਇਹਦੀਆਂ ਰੂਟਸ ਹੁੰਦੀਆਂ, ਜੜ੍ਹਾਂ ਹੁੰਦੀਆਂ ਆ ਜਿਹਦੇ ਥਰੂ ਇਹ ਅੱਗੋਂ ਫਰਦਰ ਰੀਪਰੋਡਿਊਸ ਹੁੰਦਾ ਹੈ, ਠੀਕ ਹੈ। ਇਹਨੂੰ ਮਿੱਟੀ ਦੇ ਵਿੱਚ ਉਗਾ ਦੂੰਗੇ ਦੈਨ ਇਹਦੀ ਜੜ੍ਹਾਂ ਬਣ ਜਾਣੀਆਂ ਜਿਸ ਦੇ ਨਾਲ ਇਹਨੇ ਹੋਰ ਜ਼ਿਆਦਾ ਜਿਹੜਾ ਆ ਉਹ ਰੀਪਰੋਡਿਊਸ ਹੋ ਜਾਣਾ, ਹੋਰ ਜ਼ਿਆਦਾ ਇਹਦੇ ਨਾਲ ਵਾਲੇ ਜਿੰਜਰ ਜਿਹੜੇ ਕ੍ਰੀਏਟ ਹੋ ਜਾਣੇ ਆ। ਸੋ ਇਹਦਾ ਆਨਸਰ ਵੀ ਫਾਲਸ ਆਏਗਾ। 2 ਇੰਡੀਵਿਜੂਅਲਸ ਆਰ ਨੀਡਡ ਫॉर ਅ ਸੈਕਚੁਅਲ ਰੀਪਰੋਡਕਸ਼ਨ। ਜਿਹੜੇ 2 ਇੰਡੀਵਿਜੂਅਲਸ ਆ, ਕਹਿੰਦੇ 2 ਇੰਡੀਵਿਜੂਅਲਸ ਦਾ ਹੋਣਾ ਬਹੁਤ ਜ਼ਰੂਰੀ ਆ ਅਸੈਕਚੁਅਲ ਰੀਪਰੋਡਕਸ਼ਨ ਦੇ ਵਿੱਚ, ਜਦ ਕਿ ਇਹ ਇਸ ਤਰ੍ਹਾਂ ਨਹੀਂ ਹੈ। ਸਿੰਗਲ ਇੰਡੀਵਿਜੂਅਲ ਦੇ ਥਰੂ ਅਸੈਕਚੁਅਲ ਰੀਪਰੋਡਕਸ਼ਨ ਡਨ ਹੋ ਸਕਦੀ ਹੈ। ਸੋ ਇਹਦਾ ਆਨਸਰ ਫਾਲਸ ਆਏਗਾ। ਐਮਬ੍ਰੋਏ ਇਜ਼ ਦਾ ਫਸਟ ਸੈੱਲ ਫੋਰਮਡ ਆਫਟਰ ਫਰਟੀਲਾਈਜੇਸ਼ਨ। ਐਮਬ੍ਰਾਏ ਜਿਹੜਾ ਆ ਫਸਟ ਸੈੱਲ ਬਣਦਾ ਆ ਆਫਟਰ ਫਰਟੀਲਾਈਜੇਸ਼ਨ, ਨਹੀਂ ਪਹਿਲਾਂ ਕੀ ਬਣਦਾ ਆ? ਪਹਿਲਾਂ ਦੇਖੋ ਇਹਦੇ ਲਈ ਤੁਸੀਂ ਦੇਖੋ ਫਰਟੀਲਾਈਜ਼ਡ ਐਗ ਇਜ਼ ਕਾਲਡ ਜ਼ਾਈਗੋਟ। ਪਹਿਲਾਂ ਜ਼ਾਈਗੋਟ ਬਣਦਾ ਹੈ, ਉਸ ਤੋਂ ਬਾਅਦ ਜ਼ਾਈਗੋਟ ਡਿਵੋਲਵਸ ਇਨਟੂ ਐਮਬ੍ਰੋਏ, ਜ਼ਾਈਗੋਟ ਤੋਂ ਬਾਅਦ ਐਮਬ੍ਰੋਏ ਬਣਦਾ ਹੈ। ਸੋ ਇਹਦੇ ਲਈ ਤੁਸੀਂ ਇਹਦਾ ਆਨਸਰ ਫਾਲਸ ਲਾਓਗੇ। ਇਹਦਾ ਆਨਸਰ ਕੀ ਆਏਗਾ? ਫਾਲਸ। ਐਮਬ੍ਰੋਏ ਫਸਟ ਸੈੱਲ ਨਹੀਂ ਹੁੰਦਾ ਹੈਗਾ, ਇਹ ਸੈਕਿੰਡ ਟਰਨ 'ਤੇ ਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜੇ ਕੁਐਸਚਨ ਆਨਸਰ ਹੈ ਉਹ ਦੇਖੋ। ਨੇਮ ਦਾ 2 ਕਾਈਂਡਸ ਆਫ ਗੈਮੇਟਿਜ਼ ਇਨ ਫਲਾਵਰ। 2 ਗੈਮੇਟਿਜ਼ ਕਿਹੜੀਆਂ ਹੁੰਦੀਆਂ ਫਲਾਵਰਸ ਦੇ ਵਿੱਚ? ਇੱਕ ਫੀਮੇਲ ਗੈਮੇਟਿਜ਼ ਹੁੰਦਾ ਹੈ ਐਂਡ ਇੱਕ ਮੇਲ ਗੈਮੇਟਿਜ਼ ਹੁੰਦਾ ਹੈ, ਠੀਕ ਹੈ। ਸੋ ਇਹਦਾ ਆਨਸਰ ਤੁਸੀਂ ਲੈ ਲੈਣਾ ਮੇਲ ਗੈਮੇਟਿਜ਼ ਐਂਡ ਫੀਮੇਲ ਗੈਮੇਟਿਜ਼, ਠੀਕ ਹੈ। ਉਸ ਤੋਂ ਬਾਅਦ ਵਟ ਆਰ ਪੋਲਨ ਗ੍ਰੇਨ। ਪੋਲਨ ਗ੍ਰੇਨਸ ਕੀ ਹੁੰਦੇ ਆ? ਪੋਲਨ ਗ੍ਰੇਨ ਦੇ ਲਈ ਤੁਸੀਂ ਪੇਜ ਨੰਬਰ 121 ਓਪਨ ਕਰ ਲੈਣਾ। ਉਹਦੇ ਵਿੱਚ ਜਿਹੜੀ ਇਹ ਲਾਈਨ ਹੈ, ਦ ਪੋਲਨ ਗ੍ਰੇਨਸ ਹੈਵ ਟੂ ਬੀ ਡਿਪੋਜ਼ਿਟਡ ਔਨ ਦਾ ਸਟਿਗਮਾ ਟੂ ਫਰਟੀਲਾਈਜ਼ ਦਾ ਐਗ ਇਨ ਦਾ ਓਵੇਰੀ। ਮਤਲਬ ਕਿ ਐਗ ਦੀ ਫਰਟੀਲਾਈਜ਼ ਦੇ ਲਈ ਜਿਹੜਾ ਪੋਲਰ ਗ੍ਰੇਨ ਕੀ ਆ, ਇਹ ਡਿਪੋਜ਼ਿਟ ਕਰਦਾ ਸਟਿਗਮਾ, ਠੀਕ ਹੈ। ਸੋ ਇਹਦੀ ਇੰਨੀ ਕੁ ਹੀ ਇਹ ਡੈਫੀਨੇਸ਼ਨ ਲਿਖਣੀ ਤੁਸੀਂ ਪੋਲਰ ਗ੍ਰੇਨ ਦੀ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਪੋਲਰ ਗ੍ਰੇਨ ਜਿਹੜਾ ਡਿਪੋਜ਼ਿਟਡ ਕੀਤਾ ਜਾਂਦਾ ਸਟਿਗਮਾ 'ਤੇ, ਠੀਕ ਹੈ, ਟੂ ਫਰਟੀਲਾਈਜ਼ ਦਾ ਐਗ ਇਨ ਦਾ ਓਵੇਰੀ। ਉਸ ਤੋਂ ਬਾਅਦ ਹੈ ਵਟ ਇਜ਼ ਫਾਊਂਡ ਇਨਸਾਈਡ ਐਨ ਐਮਬ੍ਰੋਏ ਸੈਕ। ਐਮਬ੍ਰੋਏ ਸੈਕ ਦੇ ਵਿੱਚ ਕੀ ਹੁੰਦਾ ਹੈ? ਜ਼ਾਈਗੋਟ ਹੁੰਦਾ ਹੈ, ਠੀਕ ਹੈ। ਇਹਦੇ ਸਪੈਲਿੰਗ ਤੁਸੀਂ ਇੱਥੋਂ ਦੇਖ ਲੈਣੇ ਆ, ਜ਼ਾਈਗੋਟ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਫੋਰਥ ਹੈ ਨੇਮ ਅ ਪਲਾਂਟ ਵਿਚ ਫਾਰਮ ਕਲੋਨੀਜ਼ ਬਾਏ ਬਰਡਿੰਗ। ਕਿਹੜਾ ਪਲਾਂਟ ਆ ਜਿਹਦੇ ਨਾਲ ਕਲੋਨੀਜ਼ ਬਣਦੀਆਂ ਆ ਬਰਡਿੰਗ ਦੇ ਥਰੂ, ਠੀਕ ਹੈ।
ਇਸ ਦਾ ਆਨਸਰ ਤੁਸੀਂ 115 ਪੇਜ ਨੰਬਰ ਤੇ ਵਰਡਿੰਗ ਦੇ ਵਿੱਚੋਂ ਲੈ ਲੈਣਾ। ਵਰਡ ਫਾਰਮੇਸ਼ਨ ਅਕਰ ਵੈਰੀ ਰੈਪਿਡਲੀ ਇਨ ਜੀਸਟ ਸੈੱਲ। ਕਹਿੰਦੇ ਜਿਹੜਾ ਵਰਡ ਫਾਰਮੇਸ਼ਨ ਹੈ ਉਹ ਬਹੁਤ ਤੇਜ਼ੀ ਦੇ ਨਾਲ ਹੁੰਦਾ ਹੈ ਜੀਸਟ ਸੈੱਲ ਦੇ ਵਿੱਚ, ਠੀਕ ਹੈ। ਟੂ ਫਾਰਮ ਅ ਚੇਨ ਆਫ ਜੀਸਟ, ਇਹਦੇ ਵਿੱਚ ਇੱਕ ਤਰ੍ਹਾਂ ਦੀ ਚੇਨ ਬਣ ਜਾਂਦੀ ਜੀਸਟ ਦੀ, ਠੀਕ ਹੈ। ਸੈਲਸ ਅੰਡਰ ਫੇਵਰੇਬਲ ਕੰਡੀਸ਼ਨਸ, ਠੀਕ ਹੈ। ਆਲ ਦਿਸ ਚੇਨ ਆਫ ਵਰਡਸ ਜਿਹੜੀ ਇਹ ਸਾਰੀ ਚੇਨ ਬਣੀ ਹੁੰਦੀ ਆ ਡੋਂਟ ਡਿਟੈਚ ਫਰੋਮ ਦਾ ਪੇਰੈਂਟ ਇੰਡੀਵਿਜੂਅਲ, ਮਤਲਬ ਇਹਨਾਂ ਦਾ ਕੋਈ ਆਪਣਾ ਪੇਰੈਂਟਸ ਇੰਡੀਵਿਜੂਅਲ ਪੇਰੈਂਟਸ ਨਹੀਂ ਹੁੰਦਾ। ਸੋ ਅ ਸੌਰਟ ਆਫ ਕਲੋਨੀ ਇਜ਼ ਫਾਰਮਡ, ਸੋ ਇਸ ਤਰ੍ਹਾਂ ਦੀ ਕਲੋਨੀਜ਼ ਬਣ ਜਾਣੀ, ਜਾਣੀ ਇਹਨਾਂ ਦਾ ਕੋਈ ਇੰਡੀਵਿਜੂਅਲ ਪਰਸਨਲ ਕੋਈ ਪੇਰੈਂਟਸ ਨਹੀਂ ਹੁੰਦਾ ਹੈਗਾ, ਇੱਕ ਦੂਜੇ ਨਾਲ ਅਟੈਚ ਹੋ ਕੇ ਚੇਨ ਦੇ ਥਰੂ ਕਲੋਨੀਜ਼ ਬਣਾ ਲੈਣੀਆਂ, ਠੀਕ ਹੈ। ਸੋ ਇਹਦਾ ਆਨਸਰ ਇੰਨਾ ਕਰਨਾ ਤੁਸੀਂ, ਬਰਡ ਤੋਂ ਲੈ ਕੇ ਤੁਸੀਂ ਇਹਦਾ ਆਨਸਰ ਜਿਹੜਾ ਹੈ ਇੱਥੇ ਤੱਕ ਸਾਰਾ ਕਰਨਾ ਹੈ, ਠੀਕ ਹੈ। ਸੀ ਫਿਗਰ ਨਹੀਂ ਲਿਖਣਾ ਤੁਸੀਂ। ਨੈਕਸਟ ਕੁਐਸਚਨ ਹੈ ਵਾਈ ਡੂ ਸਮ ਪਲਾਂਟਸ ਫਾਰਮ ਸਪੋਰਸ। ਇਸ ਦਾ ਆਨਸਰ ਪੇਜ ਨੰਬਰ 115 ਦੇ ਵਿੱਚ ਹੀ ਸਪੋਰ ਇਨਫੋਰਮੇਸ਼ਨ ਦੇ ਵਿੱਚ ਆ ਜਾਣਾ। ਦਾ ਸਪੋਰ ਹੈਲਪਸ ਇਨ ਓਵਰਕਮਿੰਗ, ਜਿਹੜਾ ਕਹਿੰਦੇ ਸਪੋਰਸ ਹੁੰਦੇ ਆ ਉਹ ਹੈਲਪ ਕਰਦੇ ਆ ਓਵਰਕਮ ਕਰਨ ਦੇ ਲਈ ਕੰਡੀਸ਼ਨ ਅਨਫੇਵਰੇਬਲ ਫॉर ਰੀਪਰੋਡਕਸ਼ਨ, ਜਿਹੜੀ ਅਨਫੇਵਰੇਬਲ ਕੰਡੀਸ਼ਨਸ ਆ ਜਾਂਦੀਆਂ ਰੀਪਰੋਡਕਸ਼ਨ ਦੇ ਵਿੱਚ ਉਹਦੀ ਜਿਹੜੀ ਪ੍ਰੋਬਲਮਸ ਆ ਉਹਨੂੰ ਓਵਰਕਮ ਕਰਦੇ ਆ। ਇਨ ਵਿਚ ਦਾ ਪਲਾਂਟਸ ਕੈਨ ਸਰਵਾਈਵ, ਜਿਹਦੇ ਨਾਲ ਪਲਾਂਟਸ ਜਿਹੜੇ ਉਹ ਜਿੰਦਾ ਰਹਿ ਸਕਦੇ ਆ, ਠੀਕ ਹੈ। ਫੋਰ ਐਗਜ਼ਾਮਪਲ ਲੈਕ ਆਫ ਫੂਡ, ਜਿੱਦਾਂ ਮਤਲਬ ਕਈ ਪਲਾਂਟਸ ਜਿਹੜੇ ਆ ਫੂਡ ਦੇ ਕਾਰਨ ਉਹਨਾਂ ਦੇ ਵਿੱਚ ਜਿਹੜੀ ਆ ਰੀਪਰੋਡਕਸ਼ਨ ਨਹੀਂ ਹੋ ਪਾਉਂਦੀ, ਐਂਡ ਐਕਸਟ੍ਰੀਮ ਟੈਂਪਰੇਚਰ, ਜ਼ਿਆਦਾ ਟੈਂਪਰੇਚਰ ਦੇ ਕਾਰਨ ਨਹੀਂ ਹੋ ਪਾਉਂਦੀ, ਠੀਕ ਹੈ। ਸੋ ਇੱਥੇ ਤੱਕ ਤੁਸੀਂ ਇਹਦਾ ਆਨਸਰ ਕਰਨਾ, ਕੰਡੀਸ਼ਨ ਤੱਕ ਸਟਾਰਟ ਕਰਨਾ ਤੁਸੀਂ ਦ ਸਪੋਰਟਸ ਤੋਂ, ਠੀਕ ਹੈ। ਇਹ ਆਪਣੀ ਬੁੱਕ 'ਤੇ 115 ਪੇਜ ਨੰਬਰ 'ਤੇ ਦੇਖ ਲੈਣਾ ਹੈ। ਨੈਕਸਟ ਉਸ ਤੋਂ ਬਾਅਦ ਫਸਟ ਕੁਐਸਚਨ ਸ਼ਾਰਟ ਆਨਸਰ ਦੇ ਵਿੱਚੋਂ ਵਟ ਆਰ ਦਾ ਐਡਵਾਂਟੇਜ ਆਫ ਵੈਜੀਟੇਟਿਵਸ ਪ੍ਰੋਪੇਗੇਸ਼ਨ, ਠੀਕ ਹੈ। ਐਡਵਾਂਟੇਜ ਕਿਹੜੀਆਂ ਵੈਜੀਟੇਟਿਵਸ ਪ੍ਰੋਪੇਗੇਸ਼ਨ ਦੀਆਂ। ਇਸ ਕੁਐਸਚਨ ਨੂੰ ਆਪਾਂ ਨਹੀਂ ਕਰਨਾ ਹੈਗਾ, ਜ਼ਿਆਦਾ ਲੈਂਥੀ ਹੋ ਜਾਣਾ ਹੈ, ਸੋ ਇਹਨੂੰ ਕੱਟ ਦਿਓ। ਉਸ ਤੋਂ ਬਾਅਦ ਹਾਊ ਇਜ਼ ਜ਼ਾਈਗੋਟ ਫਾਰਮਡ ਇਨ ਪਲਾਂਟਸ, ਜ਼ਾਈਗੋਟ ਕਿੱਦਾਂ ਬਣਦਾ ਪਲਾਂਟਸ ਦੇ ਵਿੱਚ ਉਹ ਦੇਖੋ। ਇਹ ਵੀ ਕੁਐਸਚਨ ਤੁਸੀਂ ਕੱਟ ਦਿਓ, ਜ਼ਾਈਗੋਟ ਵੀ ਕੱਟ ਦਿਓ, ਠੀਕ ਹੈ ਦੋਨੋਂ। ਥਰਡ ਕੁਐਸਚਨ ਕਰਨਾ ਵਟ ਆਰ ਦਾ ਡਿਫਰੈਂਟ ਟਾਈਪਸ ਆਫ ਪੋਲੀਨੇਸ਼ਨ ਫਾਊਂਡ ਇਨ ਫਲਾਵਰਿੰਗ ਪਲਾਂਟਸ। ਇਹਦੀਆਂ 2 ਟਾਈਪਸ ਹੈਗੀਆਂ, ਸੈਲਫ ਪੋਲੀਨੇਸ਼ਨ ਐਂਡ ਕ੍ਰੋਸ ਪੋਲੀਨੇਸ਼ਨ। ਸੈਲਫ ਪੋਲੀਨੇਸ਼ਨ ਦੇ ਵਿੱਚ ਕੀ ਹੁੰਦਾ, ਵੈਨ ਦਾ ਪੋਲਨ ਗ੍ਰੇਨਸ ਆਰ ਟ੍ਰਾਂਸਫਰਡ ਵਿਦਨ ਦਾ ਸੇਮ ਫਲਾਵਰ ਔਰ ਬਿਟਵੀਨ ਦਾ ਫਲਾਵਰਸ ਆਫ ਸੇਮ ਪਲਾਂਟਸ। ਮਤਲਬ ਸੈਲਫ ਪੋਲੀਨੇਸ਼ਨ ਦੇ ਵਿੱਚ ਕੀ ਹੁੰਦਾ ਆ, ਆਪਾਂ ਜਿਹੜੀ ਪੋਲਨ ਗ੍ਰੇਨਸ ਕਰਦੇ ਹਾਂ ਟ੍ਰਾਂਸਫਰ, ਉਹ ਸੇਮ ਫਲਾਵਰ ਦੇ ਵਿਚਕਾਰ ਹੀ ਹੁੰਦੀ ਆ, ਠੀਕ ਹੈ। ਇਹਦਾ ਤੁਸੀਂ ਇੱਥੇ ਤੱਕ ਹੀ ਕਰ ਲਿਓ, ਸਾਰਾ ਕਰਨ ਦੀ ਲੋੜ ਨਹੀਂ। ਉਸ ਤੋਂ ਬਾਅਦ ਕ੍ਰੋਸ ਪੋਲੀਨੇਸ਼ਨ ਦੇ ਵਿੱਚ ਵੈਨ ਦਾ ਪੋਲਨ ਗ੍ਰੇਨਸ ਆਰ ਟ੍ਰਾਂਸਫਰਡ ਬਿਟਵੀਨ ਦਾ ਫਲਾਵਰਸ ਆਫ ਡਿਫਰੈਂਟ ਪਲਾਂਟਸ। ਕ੍ਰੋਸ ਪੋਲੀਨੇਸ਼ਨ ਦੇ ਵਿੱਚ ਡਿਫਰੈਂਟ ਪਲਾਂਟਸ ਦੇ ਵਿੱਚ ਟ੍ਰਾਂਸਫਰ ਹੁੰਦੀ ਆ ਪੋਲਨ ਗ੍ਰੇਨਸ ਦੀ, ਔਰ ਸੈਲਫ ਪੋਲੀਨੇਸ਼ਨ ਦੇ ਵਿੱਚ ਸੇਮ ਫਲਾਵਰ ਦੇ ਵਿੱਚ ਪੋਲਨ ਗ੍ਰੇਨ ਦੀ ਟ੍ਰਾਂਸਫਰ ਹੁੰਦੀ ਹੈ। ਸੋ ਇੱਥੇ ਤੱਕ ਇਹਦਾ ਕਰ ਦੇਣਾ ਤੁਸੀਂ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਵਟ ਇਜ਼ ਐਲੋਗੈਮੀ। ਐਲੋਗੈਮੀ ਦਾ ਆਨਸਰ ਜਿਹੜਾ ਹੈ, ਐਲੋਗੈਮੀ ਦਾ ਜਿਹੜਾ ਆਨਸਰ ਹੈ ਪੇਜ ਨੰਬਰ 124 ਤੇ ਟ੍ਰਾਂਸਫਰ ਆਫ ਪੋਲਨ ਗ੍ਰੇਨਸ ਫਰੋਮ ਦਾ ਐਂਥਰ ਆਫ ਅ ਫਲਾਵਰ ਟੂ ਦਾ ਸਟਿਗਮਾ ਆਫ ਅ ਸੇਮ ਫਲਾਵਰ। ਮਤਲਬ ਕਿ ਪੋਲਨ ਗ੍ਰੇਨ ਦਾ ਜਿਹੜਾ ਟ੍ਰਾਂਸਫਰ ਹੁੰਦਾ ਆ ਫਰੋਮ ਦਾ ਐਂਥਰ ਤੋਂ ਫਲਾਵਰ ਦੇ ਵਿੱਚ, ਠੀਕ ਹੈ। ਐਂਥਰ ਆਫ ਦਾ ਫਲਾਵਰ ਟੂ ਦਾ ਸਟਿਗਮਾ, ਮਤਲਬ ਐਂਥਰ ਆਫ ਫਲਾਵਰ ਤੋਂ ਸਟਿਗਮਾ ਦੇ ਵਿੱਚ ਜਿਹੜਾ ਪੋਲਨ ਗ੍ਰੇਨ ਦਾ ਟ੍ਰਾਂਸਫਰ ਹੁੰਦਾ ਆ ਉਹਨੂੰ ਕੀ ਬੋਲਦੇ ਆ, ਆਟੋਗੈਮੀ ਬੋਲਦੇ ਆ। ਆਟੋਗੈਮੀ ਮਤਲਬ ਇਹ ਸੇਮ ਫਲਾਵਰ ਦੇ ਵਿੱਚ ਹੀ ਹੁੰਦੀ ਹੈ, ਡਿਫਰੈਂਟ ਫਲਾਵਰਸ ਦੇ ਵਿੱਚ ਨਹੀਂ ਹੁੰਦੀ ਹੈਗੀ। ਨੈਕਸਟ ਉਸ ਤੋਂ ਬਾਅਦ ਵਟ ਇਜ਼ ਦਾ ਰੋਲ ਆਫ ਪੋਲਨ ਗ੍ਰੇਨਸ ਇਨ ਫਲਾਵਰਿੰਗ ਪਲਾਂਟਸ। ਪੋਲਨ ਗ੍ਰੇਨਸ ਦਾ ਕੀ ਰੋਲ ਹੁੰਦਾ ਆ ਫਲਾਵਰਿੰਗ ਪਲਾਂਟਸ ਦੇ ਵਿੱਚ। ਇਹਦਾ ਜਿਹੜਾ ਆਨਸਰ ਹੈ ਤੁਸੀਂ ਪੇਜ ਨੰਬਰ 121 ਤੋਂ ਹੀ, ਦਾ ਪੋਲਨ ਗ੍ਰੇਨਸ ਹੈਵ ਟੂ ਡਿਪੋਜ਼ਿਟਡ ਔਨ ਦਾ ਸਟਿਗਮਾ ਟੂ ਫਰਟੀਲਾਈਜ਼ ਦਾ ਐਗ ਇਨ ਓਵੇਰੀ, thus the transfer of pollen from the anther to stigma is called pollination. Pollination take place through the wind, water and insect, ਠੀਕ ਹੈ। ਇੱਥੇ ਤੱਕ ਕਰਨਾ ਤੁਸੀਂ ਇਹਦਾ ਆਨਸਰ। ਨੈਕਸਟ ਉਸ ਤੋਂ ਬਾਅਦ ਲੌਂਗ ਆਨਸਰ ਟਾਈਪ ਕੁਐਸਚਨਸ ਜਿਹੜੇ ਐਕਸਪਲੇਨ ਦਾ ਡਿਫਰੈਂਟ ਪਾਰਟਸ ਆਫ ਦਾ ਫਲਾਵਰ ਵਿਦ ਦਾ ਹੈਲਪ ਆਫ ਲੇਬਲ ਡਾਇਗਰਾਮ। ਪਲਾਂਟਸ ਦੇ ਡਿਫਰੈਂਟ ਪਾਰਟਸ ਦੇ ਬਾਰੇ ਦੱਸਣਾ ਹੈ ਡਾਇਗਰਾਮ ਦੇ ਥਰੂ, ਇਹਦੀ ਕੋਈ ਹੋਰ ਐਕਸਪਲੇਨੇਸ਼ਨ ਨਹੀਂ ਕਰਨੀ ਹੈਗੀ। ਇਹਦੇ ਵਿੱਚ ਸਿਰਫ ਤੁਸੀਂ ਪੇਜ ਨੰਬਰ 120 ਤੇ ਜਿਹੜਾ ਪਲਾਂਟ ਹੈ ਇਹੀ ਬਣਾ ਲੈਣਾ, ਤੁਸੀਂ ਹੋਰ ਐਕਸਪਲੇਨੇਸ਼ਨ ਜਿਹੜੀ ਉਹ ਨਹੀਂ ਕਰਨੀ ਪਲਾਂਟ ਦੀ, ਠੀਕ ਹੈ। ਸਿਰਫ ਇਹ ਪਲਾਂਟਸ ਜਿਹੜਾ ਇਹ ਤੁਸੀਂ ਸੌਰੀ ਇਹ ਵਾਲਾ ਨਹੀਂ, ਇਹ ਵਾਲਾ ਪਲਾਂਟਸ ਪਾਰਟਸ ਆਫ ਫਲਾਵਰ ਕਿਹਾ ਸੀ ਉਹਨੇ, ਹਾਂਜੀ ਇਹ ਵਾਲਾ ਤੁਸੀਂ ਕਰਨਾ ਹੈ ਪਾਰਟਸ ਆਫ ਫਲਾਵਰ। ਇਹ ਸਾਰਾ ਡਾਇਗਰਾਮ ਜਿਹੜਾ ਡਰਾ ਕਰਨਾ, ਕਲੀਅਰ। ਉਸ ਤੋਂ ਬਾਅਦ ਜਿਹੜਾ ਸੈਕਿੰਡ ਆ ਉਹ ਵੀ ਕੱਟ ਦਿਓ। ਥਰਡ ਜਿਹੜਾ ਉਹ ਕਰਨਾ ਹੈ ਡਿਸਕਸ ਦਾ 3 ਡਿਫਰੈਂਟ ਮੈਥਡਸ ਆਫ ਵੈਜੀਟੇਟਿਵਸ ਪ੍ਰੋਪੇਗੇਸ਼ਨ, ਗਿਵ ਸਟੇਬਲ ਐਗਜ਼ਾਮਪਲ ਟੂ ਸਪੋਰਟ ਯੂਰ ਆਨਸਰ। ਇਹਦਾ ਆਨਸਰ ਕਿੱਦਾਂ ਕਰਨਾ ਹੈ, ਇਹਦਾ ਤੁਸੀਂ ਆਨਸਰ ਪੇਜ ਨੰਬਰ 116 ਤੋਂ ਵੈਨ ਨਿਊ ਪਲਾਂਟਸ ਆਰ ਪ੍ਰੋਡਿਊਸ ਫਰੋਮ ਪਾਰਟਸ ਆਫ ਪੇਰੈਂਟਸ, ਜਦੋਂ ਮਤਲਬ ਨਵੇਂ ਪਲਾਂਟਸ ਮਿਲਦੇ ਆ ਆਪਾਂ ਨੂੰ ਪੇਰੈਂਟਸ ਪਲਾਂਟਸ ਤੋਂ ਹੀ, ਫਰੋਮ ਦਾ ਪਾਰਟਸ ਆਫ ਪੇਰੈਂਟਸ ਪਲਾਂਟਸ ਅਦਰ ਦੈਨ ਦਾ ਫਲਾਵਰ ਸੱਚ ਐਜ਼, ਠੀਕ ਹੈ। ਫਲਾਵਰਸ ਜਿਸ ਤਰ੍ਹਾਂ ਅਦਰ ਦੈਨ ਦਾ ਫਲਾਵਰਸ ਸੱਚ ਐਜ਼ ਰੂਟ, ਸਟੈਮ ਔਰ ਲੀਵਸ ਇਜ਼ ਨੋਨ ਐਜ਼ ਦਾ ਵੈਜੀਟੇਟਿਵਸ
ਪ੍ਰੋਪਗੇਸ਼ਨਸ, ਠੀਕ ਹੈ। ਉਹਨੂੰ ਕੀ ਬੋਲਦੇ ਆ, ਵੈਜੀਟੇਟਿਵ ਪ੍ਰੋਪਗੇਸ਼ਨ। ਮਤਲਬ ਨਿਊ ਪਲਾਂਟਸ ਜਦੋਂ ਆਪਾਂ ਨੂੰ ਪਾਰਟਸ ਆਫ ਪੇਰੈਂਟਸ ਪਲਾਂਟਸ ਤੋਂ ਮਿਲ ਜਾਂਦੇ ਆ ਅਦਰ ਦੈਨ ਦਾ ਫਲਾਵਰਸ, ਠੀਕ ਹੈ, ਉਹਨਾਂ ਨੂੰ ਕੀ ਬੋਲਦੇ ਆ, ਵੈਜੀਟੇਟਿਵ ਪ੍ਰੋਪਗੇਸ਼ਨ। ਉਹਦੀਆਂ ਐਗਜ਼ਾਮਪਲਸ ਰੂਟ, ਸਟੈਮ ਔਰ ਲੀਵਸ ਆ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ, ਇਹਦੇ ਵਿੱਚ ਜਿਹੜੇ ਆ ਬਲੂ ਕਲਰ ਦੇ ਹੈਡਿੰਗ ਦਿੱਤੇ ਹੋਏ ਆ, ਵੈਜੀਟੇਟਿਵ ਪ੍ਰੋਪਗੇਸ਼ਨ ਬਾਏ ਸਟੈਂਪ, ਇਹ ਦੇ ਦੇਣਾ ਹੈ, ਠੀਕ ਹੈ। ਸਟੈਂਪ ਦੇ ਥਰੂ ਹੁੰਦੀ ਹੈ, ਸੌਰੀ ਸਟੈਮ ਦੇ ਥਰੂ ਹੁੰਦੀ ਹੈ, ਸਟੈਮ ਹੁੰਦਾ ਤਣਾ। ਉਸ ਤੋਂ ਬਾਅਦ ਇਹਦੀ ਹੁੰਦੀ ਹੈ ਰੂਟ ਦੇ ਥਰੂ, ਵੈਜੀਟੇਟਿਵ ਪ੍ਰੋਪਗੇਸ਼ਨ ਬਾਏ ਰੂਟ ਦੇ ਥਰੂ ਹੁੰਦੀ ਹੈ, ਸਿਰਫ ਲਾਈਨ ਹੀ ਲਿਖਣੀ ਹੈ ਪੂਰੀ। ਉਸ ਤੋਂ ਬਾਅਦ ਵੈਜੀਟੇਟਿਵ ਪ੍ਰੋਪਗੇਸ਼ਨ ਬਾਏ ਲੀਵਸ, ਪੱਤੇ ਦੇ ਥਰੂ ਹੁੰਦੀ ਹੈ, ਠੀਕ ਹੈ। ਇਹ ਤਿੰਨੋਂ ਹੀ ਲਿਖਣਾ ਹੈ ਤੁਸੀਂ। ਉਸ ਤੋਂ ਬਾਅਦ 4th ਕੁਐਸਚਨ, ਵਟ ਇਜ਼ ਦਾ ਸੀਡ ਡਿਸਪਰਸਲ। ਸੀਡ ਡਿਸਪਰਸਲ ਕੀ ਹੁੰਦਾ ਹੈ, ਹਾਊ ਡਜ਼ ਇਟ ਟੇਕ ਪਲੇਸ ਇਨ ਵੇਰੀਅਸ ਪਲਾਂਟਸ। ਇਹ ਕਿੱਦਾਂ ਟੇਕ ਪਲੇਸ ਹੁੰਦੀ ਹੈ ਪਲਾਂਟਸ ਦੇ ਵਿੱਚ। ਇਹਦਾ ਤੁਸੀਂ ਆਨਸਰ 122 ਤੇ ਕਰਨਾ ਹੈ। ਫਰੂਟਸ ਐਂਡ ਸੀਡਸ ਆਰ ਕੈਰੀਡ ਅਵੇ ਬਾਈ ਵਿੰਡਸ। ਜਿਹੜੇ ਫਰੂਟਸ ਅਤੇ ਸੀਡਸ ਆ ਉਹ ਕੈਰੀ ਕਿਹਦੇ ਦੁਆਰਾ ਹੁੰਦੇ ਆ, ਵਿੰਡ ਦੇ ਥਰੂ, ਵਾਟਰ ਦੇ ਥਰੂ, ਇਨਸੈਕਟ, ਬਰਡਸ, ਐਨੀਮਲਸ ਔਰ ਬਾਈ ਦੇਅਰ ਓਨ ਡਿਸਪਰਸਲ ਮੈਕਨੀਜ਼ਮਸ, ਜਾਂ ਤਾਂ ਆਪਣੇ ਆਪ, ਠੀਕ ਹੈ। ਉਸ ਤੋਂ ਬਾਅਦ ਸੱਚ ਐਜ਼ ਫਰੂਟ ਐਕਸਪਲੋਜ਼ਨ, the scattering of seeds over a large area by this agent is called dispersal of seed। ਇਹਨਾਂ ਨੂੰ ਕੀ ਬੋਲਦੇ ਆ, dispersal of seed ਬੋਲਦੇ ਆ, ਠੀਕ ਹੈ, seeds ਬੋਲਦੇ ਆ। ਸੋ ਤੁਸੀਂ ਬਸ ਇੰਨਾ ਹੀ ਕਰਨਾ ਹੈਗਾ। ਓਕੇ ਸਟੂਡੈਂਟਸ, ਇਸ ਚੈਪਟਰ ਦੇ ਕੁਐਸਚਨ ਆਨਸਰ ਆਪਾਂ ਇੰਨੇ ਹੀ ਕਰਨੇ ਸੀ। ਜੇ ਕਿਸੇ ਬੱਚੇ ਨੂੰ ਕੋਈ ਕੁਐਸਚਨ ਨਹੀਂ ਸਮਝ ਲੱਗਾ ਦੈਨ ਮੈਨੂੰ ਕਮੈਂਟ ਕਰਕੇ ਦੱਸ ਸਕਦਾ ਹੈ ਕਿ ਇਹ ਕੁਐਸਚਨ ਨਹੀਂ ਪਤਾ ਲੱਗਾ, ਦੁਬਾਰਾ ਰਿਪੀਟ ਕਰ ਦਿਓ। ਔਰ ਇਹਨੂੰ ਚੰਗੀ ਤਰ੍ਹਾਂ ਤੁਸੀਂ ਆਪਣੀ ਕਾਪੀ 'ਤੇ ਉਤਾਰ ਲੈਣਾ ਹੈ ਅਤੇ ਰਿਵੀਜ਼ਨ ਕਰਨੀ ਹੈ, ਠੀਕ ਹੈ। ਓਕੇ, ਥੈਂਕ ਯੂ ਸਟੂਡੈਂਟਸ, ਹੈਵ ਅ ਨਾਈਸ ਡੇ।